ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ। ਘਰ ਤੀਜਾ ਇਕ ਓੰਕਾਰ। ਸਤਿਗੁਰ ਪ੍ਰਸਾਦ। ਦੂਧ ਤਾਂ ਬਛਰੈ ਥਨਹੁ ਬਿਟਾਰਿਓ। ਫੂਲ ਭਵਰ ਜਲ ਮੀਨ ਬਿਗਾਰਿਓ। ਦੂਧ ਤਾਂ ਬਛਰੈ ਥਨਹੁ ਬਿਟਾਰਿਓ। ਫੂਲ ਭਵਰ ਜਲ ਮੀਨ ਬਿਗਾਰਿਓ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋ। ਅਵਰ ਨਾ ਫੂਲ ਅਨੂਪ ਨਾ ਪਾਵੋ। ਰਹਾਉ ਮੈਲਾ ਗਰ ਬੇਰੇ ਹੈ ਪੋਏ ਅੰਗਾ। ਬਿਖ ਅੰਮ੍ਰਿਤ ਬਸਹਿ ਇਕ ਸੰਗਾ। ਧੂਪ ਦੀਪ ਨਈ ਬੇਦਹਿ ਬਾਸਾ। ਕੈਸੇ ਪੂਜ ਕਰਹਿ ਤੇਰੀ ਦਾਸਾ। ਤਨ ਮਨ ਅਰਪਉ ਪੂਜ ਚਰਾਵੋ। ਗੁਰ ਪ੍ਰਸਾਦ ਨਰੰਜਨ ਪਾਵੋ। ਪੂਜਾ ਅਰਚਾ ਆਹੇ ਨ ਤੋਰੀ। ਕਹਿ ਰਵਿਦਾਸ ਕਬਨ ਗਤ ਮੋਰੀ। ਪੂਜਾ ਅਰਚਾ ਆਹੇ ਨ ਤੋਰੀ। ਕਹਿ ਰਵਿਦਾਸ ਕਬਨ ਗਤ ਮੋਰੀ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਓ ਮਨਾਂ ਦੀਆਂ ਖਿੰਡੀਆਂ ਹੋਈਆਂ ਬਿਰਤੀਆਂ ਕਰੀਏ ਕਾਗਰ। ਕਰੀਏ ਰਸਨਾ ਪਵਿੱਤਰ ਤੇ ਬੋਲੀਏ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਕਰਮਾਂ ਵਾਲੇ ਆ, ਭਾਗਾਂ ਵਾਲੇ ਆ। ਕੋਈ ਪਿਛਲਾ ਅੰਕੁਰ ਪ੍ਰਗਟ ਹੋਇਆ ਤਾਂ ਕਰਕੇ ਆਪਾਂ ਨੂੰ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਕੁਝ ਘੜੀਆਂ ਸਤਸੰਗ ਦੀਆਂ ਪ੍ਰਾਪਤ ਹੋਈਆਂ। ਗੁਰਬਾਣੀ ਦਾ ਫਰਮਾਨ ਆ, ਬਿਨ ਭਾਗਾਂ ਸਤਸੰਗ ਨ ਲੱਭੈ। ਬਿਨ ਸੰਗਤ ਮੈਲ ਭਰੀਜੈ ਜੀਓ। ਮਨੁੱਖ ਦੇ ਮਨ ਨੂੰ ਸੱਚ ਦੀ ਸੰਗਤ ਤੋਂ ਬਿਨਾਂ ਮੈਲ ਲੱਗਦੀ ਜਾਂਦੀ ਹੈ। ਪਰਮਾਤਮਾ ਤੋਂ ਮਨੁੱਖ ਦੀ ਦੂਰੀ ਵੱਧਦੀ ਜਾਂਦੀ ਹੈ ਅਤੇ ਮਨੁੱਖ ਤਿੰਨਾਂ ਗੁਣਾਂ ਦੇ ਵਿੱਚ ਹੀ ਆਪਣਾ ਜੀਵਨ ਬਤੀਤ ਕਰਕੇ ਇੱਥੋਂ ਚਲਿਆ ਜਾਂਦਾ। ਚੌਥੇ ਪਦ ਦਾ ਜੋ ਅਸਲ ਹੈ ਉਹਦੇ ਆਨੰਦ ਤੋਂ ਵਾਂਝਾ ਰਹਿ ਜਾਂਦਾ। ਅਗਰ ਮਨੁੱਖ ਗੁਰੂ ਦੇ ਨਾਲ ਜੁੜ ਜਾਵੇ ਤਾਂ ਉਸ ਪਰਮ ਆਨੰਦ ਦੀ ਪ੍ਰਾਪਤੀ ਕਰ ਸਕਦਾ। ਇੱਕ ਨਵਾਂ ਜੀਵਨ ਮਨੁੱਖ ਨੂੰ ਪ੍ਰਾਪਤ ਹੋ ਸਕਦਾ, ਜਿਹਦੇ ਬਾਰੇ ਸਮਝਾਇਆ ਕਿ ਸਤਿਗੁਰ ਕੈ ਜਨਮੈ ਗਬਨ ਮਿਟਾਇਆ। ਮਨੁੱਖ ਗੁਰੂ ਦੇ ਨਾਲ ਜੁੜ ਕੇ ਆਪਣਾ ਸਮਾਂ ਕੀਮਤੀ ਕੱਢ ਕੇ ਗੁਰੂ ਦੇ ਨੇੜੇ ਬੈਠ ਕੇ ਗੁਰੂ ਦੀ ਸਿੱਖਿਆ ਲੈ ਕੇ ਆਪਣਾ ਆਪ ਸਵਾਰ ਸਕਦਾ। ਇਹ ਮਨੁੱਖ ਦੇ ਕੋਲ ਹੁਣ ਵਧੀਆ ਸਮਾਂ। ਭਈ ਪ੍ਰਾਪਤ ਮਾਨਖ ਦੇਹੁਰੀਆ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਆ, ਇਹ ਸਮਾਂ ਪਰਮਾਤਮਾ ਦੇ ਮਿਲਾਪ ਦਾ। ਜਦੋਂ ਮਿਲਾਪ ਵਾਲੀ ਅੰਦਰੋਂ ਅਵਸਥਾ ਬਣ ਗਈ, ਉਸ ਤੋਂ ਬਾਅਦ ਦਾ ਜੀਵਨ ਜਿਹੜਾ ਹੋਵੇਗਾ ਉਹ ਗੁਰਮੁਖ ਵਾਲਾ ਹੋਵੇਗਾ, ਸੱਚਾ ਹੋਵੇਗਾ, ਆਨੰਦ ਵਾਲਾ ਹੋਵੇਗਾ।
ਸੋ ਅਸੀਂ ਕਾਰਜ ਕੀ ਕਰਨਾ? ਆਪਣੇ ਆਪ ਨੂੰ ਸਵਾਰਨਾ, ਆਪਣੀ ਘਾੜਤ ਘੜਨੀ ਹੈ। ਕਿਉਂਕਿ ਸਾਡੀ ਜਿਹੜੀ ਦੂਰੀ ਪ੍ਰਮਾਤਮਾ ਤੋਂ ਪਈ ਹੋਈ ਹੈ। ਤਨ ਫਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹਉਮੈ ਭੀਤ ਕਰਾਰੀ। ਉਹ ਹਉਮੈ ਜਿਹੜੀ ਸਾਡੇ ਅੰਦਰ ਆ, ਅਗਿਆਨਤਾ ਦਾ ਹਨੇਰਾ ਸਾਡੇ ਅੰਦਰ ਆ, ਉਹਨੂੰ ਖਤਮ ਕਰਕੇ ਅਸੀਂ ਉਹ ਇੱਕ ਓਂਕਾਰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਸਕਦੇ ਹਾਂ। ਉਹ ਪ੍ਰਮਾਤਮਾ ਨੂੰ ਕਿਵੇਂ ਜਾਣਿਆ ਜਾ ਸਕਦਾ? ਗੁਰੂ ਦੇ ਰਾਹੀਂ। ਜੇ ਤਾਂ ਗੁਰੂ ਦੇ ਮੁਤਾਬਕ ਚੱਲ ਪਏ ਫਿਰ ਤਾਂ ਅਸੀਂ ਬਣ ਜਾਵਾਂਗੇ ਦੇਵਤੇ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ। ਤੇ ਜੇ ਨਾ ਜੁੜੇ ਫਿਰ ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਪਚਾਰਾ, ਕਰੈ ਦਿਨ ਰਾਤ। ਫਿਰ ਐਸਾ ਜੀਵਨ ਬਣ ਜਾਏਗਾ। ਸੋ ਅਸੀਂ ਮਨਮੁਖ ਵਾਲੀ ਅਵਸਥਾ ਦੇ ਵਿੱਚ ਹਾਂ। ਅਸੀਂ ਪ੍ਰਮਾਤਮਾ ਦੇ ਨਾਲ ਮਿਲਣਾ, ਮਿਲਾਪ ਸਾਡਾ ਜ਼ਰੂਰੀ ਹੈ। ਉਹ ਪ੍ਰਮਾਤਮਾ ਦੀ ਪੂਜਾ ਕਿਵੇਂ ਕੀਤੀ ਜਾ ਸਕਦੀ ਹੈ? ਪ੍ਰਮਾਤਮਾ ਨੂੰ ਕਿਵੇਂ ਜਾਣਿਆ ਜਾ ਸਕਦਾ? ਅੱਜ ਦੇ ਸ਼ਬਦ ਦੇ ਰਾਹੀਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਭਗਤ ਰਵਿਦਾਸ ਜੀ ਦੀ ਰਸਨਾ ਤੋਂ ਅੱਜ ਦਾ ਗਿਆਨ ਆਪਾਂ ਨੂੰ ਬਖਸ਼ਿਸ਼ ਕਰ ਰਹੇ ਆ। ਆਓ ਮਨ ਬਿਰਤੀਆਂ ਬਿਲਕੁਲ ਇਕਾਗਰ ਕਰਕੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਗੁਜਰੀ ਸ੍ਰੀ ਰਵਿਦਾਸ ਜੀ ਕੇ ਪਦੇ, ਘਰ ਤੀਜਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 31 ਰਾਗ ਹਨ ਗੁਰਮੁਖ ਪਿਆਰਿਓ, ਤੇ ਗੂਜਰੀ ਰਾਗ ਦੇ ਵਿੱਚ ਇਹ ਪਵਿੱਤਰ ਸ਼ਬਦ ਹੈ। ਭਗਤਾਂ ਦੇ ਵਿੱਚੋਂ ਭਗਤ ਰਵਿਦਾਸ ਜੀ ਦੇ ਮੁਬਾਰਕ ਮੁਖ ਵਿੱਚੋਂ ਫਰਮਾਨ ਕੀਤਾ ਇਹ ਪਵਿੱਤਰ ਸ਼ਬਦ ਹੈ। ਕੀਰਤਨ ਕਰਨ ਦੀ ਤਾਕੀਦ ਤੀਜੇ ਘਰ ਵਿੱਚ ਕੀਤੀ ਜਾ ਰਹੀ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਹਿਲੀ ਗੱਲ ਭਾਈ ਇਹ ਸਮਝਣੀ ਹੈ ਕਿ ਸਾਡਾ ਵਿਛੋੜਾ ਉਹ ਅਕਾਲ ਪੁਰਖ ਪ੍ਰਮਾਤਮਾ ਤੋਂ ਪਿਆ ਹੋਇਆ, ਜੋ ਮਨੁੱਖ ਨਹੀਂ ਹੈ, ਜੋ ਸਭ ਤੋਂ ਉੱਪਰ ਪਾਵਰ ਹੈ, ਲਾਈਟ ਹੈ, ਗੁਣਾਂ ਦੇ ਰੂਪ ਦੇ ਵਿੱਚ ਹੈ, ਰੋਸ਼ਨੀ ਹੈ, ਗਿਆਨ ਹੈ। ਉਹ ਇੱਕ ਓੰਕਾਰ ਪ੍ਰਮਾਤਮਾ ਦੇ ਨਾਲ ਅਸੀਂ ਜੁੜਨਾ ਕਿਵੇਂ ਆ? ਸਤਿਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ, ਸਤਿਗੁਰੂ ਦੀ ਕਿਰਪਾ ਦੇ ਨਾਲ, ਸਤਿਗੁਰੂ ਤੋਂ ਗਿਆਨ ਲੈ ਕੇ, ਸਤਿਗੁਰੂ ਦੇ ਮੁਤਾਬਕ ਚੱਲ ਕੇ ਅਸੀਂ ਆਤਮਾ ਤੇ ਪ੍ਰਮਾਤਮਾ ਦਾ ਮਿਲਾਪ ਕਰਾ ਸਕਦੇ ਹਾਂ, ਤੇ ਅਸੀਂ ਜਿਉਂਦੇ ਹੀ ਮੁਕਤੀ ਪ੍ਰਾਪਤ ਕਰ ਸਕਦੇ ਹਾਂ। ਮੂਏ ਹੋਏ ਜੋ ਮੁਕਤ ਦਿਓਗੇ, ਮੁਕਤ ਨ ਜਾਣੈ ਕੋਇਲਾ। ਦੂਧ ਤਾਂ ਬਛਰੈ ਥਨਹੁ ਬਿਟਾਰਿਓ, ਫੂਲ ਭਵਰ ਜਲ ਮੀਨ ਬਗਾਰਿਓ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵਉ, ਅਵਰ ਨਾ ਫੂਲ ਅਨੂਪ ਨ ਪਾਵਉ। ਰਹਾਉ। ਦੂਧ ਤਾਂ ਬਛਰੈ ਥਨੈ ਬਿਟਾਰਿਓ। ਭਗਤ ਰਵਿਦਾਸ ਜੀ, ਜਿਨ੍ਹਾਂ ਨੂੰ ਲੋਕਾਂ ਨੇ ਬਹੁਤ ਪਰੇਸ਼ਾਨ ਕੀਤਾ, ਪੁਜਾਰੀਆਂ ਨੇ ਬੜਾ ਤੰਗ ਕੀਤਾ, ਤੇ ਉਹ ਗਰੀਬੀ ਦੀ ਅਵਸਥਾ ਦੇ ਵਿੱਚ ਸਨ। ਬਾਹਰੋਂ ਜੁੱਤੀਆਂ ਗੰਢਣ ਦਾ ਕੰਮ ਕਰਦੇ ਸੀ, ਪਰ ਕਿਰਤ ਕਦੇ ਵੀ ਕੋਈ ਵੀ ਮਾੜੀ ਨਹੀਂ ਹੁੰਦੀ ਜਿਹੜਾ ਸੱਚੀ ਸੁੱਚੀ ਕਿਰਤ ਕਰਦਾ, ਪਰ ਅੰਦਰੋਂ ਉਹ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਜੁੜੀ ਹੋਈ ਰੂਹ ਸਨ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਦਾ ਗਿਆਨ, ਉਹਨਾਂ ਦੀ ਬਾਣੀ ਬਹੁਤ ਚੰਗੀ ਲੱਗੀ, ਬੜਾ ਪਿਆਰ ਦਿੱਤਾ ਉਹਨਾਂ ਨੂੰ, ਤੇ ਆਪਣੀ ਬੁੱਕਲ ਦੇ ਵਿੱਚ ਗੁਰੂ ਨਾਨਕ ਬਾਬਾ ਜੀ ਨੇ ਭਗਤ ਰਵਿਦਾਸ ਜੀ ਨੂੰ ਬਿਠਾਇਆ। ਸਾਨੂੰ ਵੀ ਕਿਹਾ ਕਿ ਇਸ ਸ਼ਬਦ ਤੋਂ, ਭਗਤ ਰਵਿਦਾਸ ਜੀ ਤੋਂ ਤੁਸੀਂ ਗਿਆਨ ਲੈਣਾ, ਕਿਉਂਕਿ ਉਸ ਸਮੇਂ ਵੀ ਉਹੀ ਕੁਝ ਸੀ, ਅੱਜ ਵੀ ਉਹੀ ਹੋ ਰਿਹਾ। ਜ਼ਿਆਦਾਤਰ ਦੋ ਰਸਤੇ ਆ, ਇੱਕ ਮਾਇਆ ਦਾ ਰਸਤਾ, ਇੱਕ ਪ੍ਰਮਾਤਮਾ ਵਾਹਿਗੁਰੂ ਦੇ ਨਾਮ ਦਾ ਰਸਤਾ। ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਹੋਵੇ। ਇਹ ਉਲਟੋ ਉਲਟੀ ਕੰਮ ਆ। ਬਾਹਰਲੀ ਪੂਜਾ ਤਿੰਨਾਂ ਗੁਣਾਂ ਦੇ ਵਿੱਚ ਦੁਨੀਆ, ਤੇ ਚੌਥੇ ਪਦ ਦੇ ਵਿੱਚ ਭਗਤ ਆ। ਹੁਣ ਭਗਤ ਦੀ ਅਵਸਥਾ ਜਦੋਂ ਬਣ ਜਾਂਦੀ ਆ,
ਤੇ ਫਿਰ ਤਿੰਨਾਂ ਗੁਣਾਂ ਦੇ ਕੰਮ ਮਨੁੱਖ ਛੱਡ ਦਿੰਦਾ। ਭਗਤ ਰਵਿਦਾਸ ਜੀ ਦੀ ਅਵਸਥਾ ਬਣੀ ਹੋਈ ਸੀ, ਤਿੰਨਾਂ ਗੁਣਾਂ ਦੇ ਬਾਹਰਲੇ ਕੰਮ ਉਹਨਾਂ ਨੇ ਛੱਡ ਦਿੱਤੇ। ਲੋਕਾਂ ਨੇ ਆ ਕੇ ਕਿਹਾ, ਕਿਉਂਕਿ ਫਤਵੇ ਬਹੁਤ ਛੇਤੀ ਲੱਗ ਜਾਂਦੇ ਆ ਜੀ, ਇਹ ਤਾਂ ਨਾਸਤਕ ਹੋ ਗਿਆ, ਇਹ ਤਾਂ ਪ੍ਰਮਾਤਮਾ ਨੂੰ ਨਹੀਂ ਮੰਨਦਾ, ਇਹ ਤਾਂ ਜੇ ਉਹ ਫਲਾਨਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਤੇ ਇਕੱਠੇ ਹੋ ਕੇ ਕੁਝ ਬੰਦੇ ਜਿਹੜੇ ਧਰਮੀ ਸੀ, ਆਪਣੇ ਆਪ ਨੂੰ ਸੋ ਕਾਲਡ ਕਹਾਉਣ ਵਾਲੇ, ਤੇ ਭਗਤ ਰਵਿਦਾਸ ਜੀ ਕੋਲ ਗਏ ਬਈ ਤੂੰ ਇਹ ਕੰਮ ਕਰਨੇ ਛੱਡ ਦਿੱਤੇ। ਤਾਂ ਭਗਤ ਰਵਿਦਾਸ ਜੀ ਕਹਿੰਦੇ ਵੀ ਬਹਿ ਜਾਓ ਪਿਆਰਿਓ, ਆਪਾਂ ਗੱਲਬਾਤ ਕਰਦੇ ਹਾਂ। ਜੇ ਤੁਸੀਂ ਮੈਨੂੰ ਸਮਝਾ ਲਿਆ ਫਿਰ ਠੀਕ ਆ, ਤੇ ਮੈਨੂੰ ਜੋ ਸਮਝ ਲੱਗੀ ਆ ਜਾਓ ਆਪਾਂ ਬਹਿ ਕੇ ਗੱਲਬਾਤ ਕਰਦੇ ਹਾਂ। ਉਹੀ ਗਿਆਨ ਹੁਣ ਸਾਨੂੰ ਸਮਝਾਇਆ ਜਾ ਰਿਹਾ, ਅਸੀਂ ਇਸ ਗਿਆਨ ਦੇ ਮੁਤਾਬਕ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ। दूध ਤਾਂ बछरै थनै बटारिओ। ਹਾਂਜੀ ਭਗਤ ਰਵਿਦਾਸ ਜੀ, ਤੁਸੀਂ ਦੁੱਧ ਕਿਉਂ ਨਹੀਂ ਦਿੰਦੇ ਧਾਰਮਿਕ ਸਥਾਨਾਂ ਦੇ ਉੱਪਰ? ਪੂਜਾ ਦੇ ਉੱਪਰ ਜਿਹੜਾ ਦੁੱਧ ਚੜਾਇਆ ਜਾਂਦਾ, ਤੁਸੀਂ ਇਹ ਦੇਣੋਂ ਹਟ ਗਏ, ਕੀ ਗੱਲ? ਭਗਤ ਰਵਿਦਾਸ ਜੀ ਕਹਿੰਦੇ ਵੀ ਦੱਸੋ ਦੁੱਧ ਪੀਂਦੇ ਕੌਣ ਆ? ਸਵਾਲ ਜਵਾਬ ਹੋ ਰਹੇ ਆ ਨਾ। ਕਹਿੰਦੇ ਵੀ ਉਹ ਪ੍ਰਮਾਤਮਾ ਮੇਰਾ ਅਕਾਲ ਪੁਰਖ ਵਾਹਿਗੁਰੂ ਜੋ ਹੈ, ਸਭ ਤੋਂ ਵੱਡਾ ਹੈ, ਤਿੰਨਾਂ ਗੁਣਾਂ ਤੋਂ ਉੱਪਰ ਹੈ, ਸੱਚਾ ਸੁੱਚਾ ਹੈ, ਉਹਨੇ ਤਾਂ ਦੁੱਧ ਪੀਣਾ ਨਹੀਂ, ਉਹ ਤਾਂ ਸੁੱਚਾ ਪ੍ਰਮਾਤਮਾ। ਪਰ ਜਿਹੜਾ ਦੁੱਧ ਲੈ ਕੇ ਜਾਂਦੇ ਆ ਉਹ ਝੂਠਾ। ਇਸ ਕਰਕੇ ਦੁੱਧ ਜਿਹੜੇ ਪ੍ਰਮਾਤਮਾ ਨੂੰ ਮੈਂ ਮੰਨਦਾ, ਜਿਹੜੇ ਵਾਹਿਗੁਰੂ ਦੀ ਸੇਵਾ ਮੈਂ ਕਰਦਾ, ਉਹਦੇ ਵਾਸਤੇ ਦੁੱਧ ਬਹੁਤ ਥੱਲੇ ਆ, ਇਹ ਤਾਂ ਦੂਜੇ ਲੋਕ ਹੀ ਪੀ ਜਾਂਦੇ ਆ ਭਾਈ। ਇਸ ਕਰਕੇ ਸੁੱਚੀ ਚੀਜ਼ ਹੀ ਮੈਂ ਚੜ੍ਹਾ ਸਕਦਾ। दूध ਤਾਂ बछरै थनों बटारिओ, ਜਦੋਂ ਦੁੱਧ ਚੋਨੇ ਆ ਬੱਚੇ ਨੂੰ ਛੱਡਦੇ ਆ ਭਾਈ, ਤੇ ਬੱਚਾ ਝੂਠਾ ਕਰ ਦਿੰਦਾ। ਇਸ ਕਰਕੇ ਮੈਂ ਝੂਠੀ ਚੀਜ਼ ਸੱਚੇ ਪ੍ਰਮਾਤਮਾ ਨੂੰ ਪਿਆਰਿਓ ਕਿਵੇਂ ਚੜ੍ਹਾ ਸਕਦਾ? ਚੰਗੇ ਹੋਣਗੇ ਜਿਹੜੇ ਚੁੱਪ ਕਰ ਗਏ। ਫਿਰ ਕਹਿੰਦੇ ਅੱਗੇ ਆ ਜਾ, ਫੂਲ ਭਵਰ ਜਲ ਮੀਨ ਬਗਾਰਿਓ। ਨਾ ਤੂੰ ਫੁੱਲ ਚੜਾਉਣਾ ਤੇ ਨਾ ਤੂੰ ਆ ਜਾਲਾ ਜਿਹੜਾ ਇਹ ਵਰਤਦਾ। ਹੁਣ ਕਹਿੰਦੇ ਲਓ ਜੀ ਇਹਦੇ ਬਾਰੇ ਵੀ ਸੁਣ ਲਓ, ਆ ਜਾਓ ਬਹਿ ਕੇ ਵਿਚਾਰ ਕਰ ਲੈਂਦੇ ਆ। ਕਹਿੰਦੇ ਫੂਲ ਭਵਰ, ਭਵਰਾ ਰਾਰੇ ਨੂੰ ਸਿਹਾਰੀ ਆ, ਭਵਰੇ ਨੇ ਭੌਰੇ ਨੇ। ਜਦੋਂ ਫੁੱਲ ਖਿੜਨ ਲੱਗਿਆ ਉਦੋਂ ਹੀ ਹਰ ਭਵਰਾ ਆ ਗਿਆ। ਜਦੋਂ ਭਵਰਾ ਬਹਿ ਗਿਆ ਨਾ ਫੁੱਲ ਦੇ ਉੱਤੇ, ਤੇ ਭਵਰੇ ਨੇ ਤਾਂ ਝੂਠਾ ਕਰ ਦਿੱਤਾ। ਮੇਰਾ ਪ੍ਰਮਾਤਮਾ ਸੱਚ ਰੂਪ ਆ, ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ। ਉਹ ਸੱਚ ਨੂੰ, ਸੱਚੇ ਪ੍ਰਮਾਤਮਾ ਨੂੰ ਝੂਠੀ ਚੀਜ਼ ਕਿਵੇਂ ਚੜ੍ਹਾ ਸਕਦਾ? ਇਸ ਕਰਕੇ ਭਾਈ ਮੈਂ ਫੁੱਲ ਵੀ ਚੜਾਉਣੋਂ ਹਟ ਗਿਆ, ਫੁੱਲ ਨਹੀਂ ਚੜਾਉਂਦੇ। ਹੁਣ ਸਾਡੇ ਵਾਸਤੇ ਗਿਆਨ ਆ ਇਹ ਸਾਰਾ, ਵੀ ਇਹ ਕਿੱਥੇ ਜਾਂਦਾ, ਵੀ ਐਂ ਪ੍ਰਮਾਤਮਾ ਦੀ ਪੂਜਾ ਹੋ ਸਕਦੀ ਹੈ? ਨਹੀਂ, ਅੱਗੇ ਸਮਝਾਉਣਗੇ ਅਸਲ ਪੂਜਾ ਕੀ ਹੈ। ਫੂਲ ਭਵਰ, ਫੁੱਲ ਤਾਂ ਮੈਂ ਤਾਂ ਨਹੀਂ ਚੜਾਉਂਦਾ ਕਿਉਂਕਿ ਭਵਰੇ ਨੇ ਝੂਠੇ ਕੀਤੇ ਹੁੰਦੇ ਆ। ਜਲ ਮੀਨ ਬਗਾਰਿਓ, ਤੇ ਜਾਲਾ ਜਿਹੜਾ ਇਹ ਤਾਂ ਨਹੀਂ ਇਹਦੇ ਨਾਲ ਸੁੱਚਾ ਹੋਇਆ ਜਾ ਸਕਦਾ, ਇਹ ਮੀਨ ਮੱਛੀਆਂ ਨੇ ਵਿਗਾੜਿਆ ਹੋਇਆ। ਮੱਛੀਆਂ ਸਾਰੀਆਂ ਕਿਰਿਆ ਕਰਦੀਆਂ ਜਲ ਦੇ ਵਿੱਚ, ਇਸ ਕਰਕੇ ਜਲ ਵੀ ਝੂਠਾ ਭਾਈ, ਫੁੱਲ ਵੀ ਝੂਠੇ। ਫੁੱਲ ਆ ਜਿਹੜਾ ਭਵਰੇ ਨੇ ਝੂਠਾ ਕਰ ਦਿੱਤਾ, ਤੇ ਜਿਹੜਾ ਜਾਲਾ ਇਹ ਮੱਛੀਆਂ ਨੇ ਝੂਠਾ ਕਰ ਦਿੱਤਾ। ਇਸ ਕਰਕੇ ਮੈਂ ਸੱਚੇ ਪ੍ਰਮਾਤਮਾ ਨੂੰ ਇਹ ਵੀ ਨਹੀਂ ਚੜ੍ਹਾ ਸਕਦਾ। ਮਾਈ ਗੋਬਿੰਦ ਪੂਜਾ ਕਹਾਂ ਲੈ ਚੁਰਾਵੋ। ਇਸ ਕਰਕੇ ਮੈਂ ਸਿਰ ਫੜ ਕੇ ਬਹਿ ਗਿਆ। ਮੈਨੂੰ ਤਾਂ ਕੋਈ ਬਈ ਦੁਨੀਆ ਦੇ ਵਿੱਚੋਂ ਕੋਈ ਚੀਜ਼ ਦੀਂਦੀ ਨਹੀਂ ਹੈ। ਮੇਰੀ ਮਾਂ ਹੈ, ਮੇਰੀ ਮੱਤ। ਮੈਨੂੰ ਤਾਂ ਉਹ ਗੋਬਿੰਦ ਜਿਹੜਾ ਸਾਰੇ ਰਮਿਆ ਹੋਇਆ ਕਣ ਕਣ ਦੇ ਵਿੱਚ, ਗੋ ਦਾ ਅਰਥ ਧਰਤੀ, ਬਿੰਦ ਦਾ ਅਰਥ ਉਹਦੇ ਆਸਰੇ ਨਾਲ ਧਰਤੀ ਖੜੀ ਆ, ਗੋਬਿੰਦ ਦੇ ਆਸਰੇ ਨਾਲ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ, ਅੱਲਾ, ਬੀਠਲ, ਗੋਡ, ਕੁਛ ਵੀ ਕਹਿ ਲਈਏ, ਸੁਪਰੀਮ ਪਾਵਰ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਮੂ। ਉਸ ਸੱਚੇ ਮਾਲਕ ਨੂੰ, ਪਰਮਾਤਮਾ ਨੂੰ, ਵਾਹਿਗੁਰੂ ਨੂੰ ਮੈਂ ਇਹ ਚੀਜ਼ਾਂ ਕਿਵੇਂ ਚੜ੍ਹਾ ਸਕਦੀ ਹਾਂ? ਦੱਸੋ, ਮੇਰੇ ਨਾਲ ਗੱਲਬਾਤ ਕਰਨ ਆਇਓ ਗੁਰਮੁਖ ਪਿਆਰਿਓ, ਬਹਿ ਜਾਓ। ਦੱਸੋ ਮੈਂ ਕਿਵੇਂ, ਕਿਉਂ ਕਰਨੋਂ ਹਟ ਗਿਆ ਇਹ ਸਾਰਾ ਕੁਝ? ਤਾਂ ਕਰਨੋਂ ਹਟ ਗਿਆ ਵੀ ਇਹ ਮੇਰੇ ਪ੍ਰਮਾਤਮਾ ਤੱਕ ਤਾਂ ਪਹੁੰਚਦਾ ਹੀ ਨਹੀਂ ਕੰਮ, ਇਹ ਤਾਂ ਥੱਲੇ ਥੱਲੇ ਹੀ ਰਹਿ ਗਿਆ ਸਾਰਾ ਕੁਝ। ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੂੰ। ਕੀ ਚੜਾਵਾਂ ਹੁਣ ਫਿਰ? ਅਬਰ ਨਾ ਫੂਲ ਅਨੂਪ ਨਾ ਪਾਵੋਂ ਰਹਾਓ। ਹੋਰ ਕੋਈ ਦੁਨੀਆ 'ਚ ਫੁੱਲ ਹੈਗਾ ਤਾਂ ਭਾਈ ਦੱਸ ਦਿਓ ਜਿਹੜਾ ਝੂਠਾ ਨਾ ਹੋਇਆ ਹੋਵੇ।
ਜੇ ਕੋਈ ਦੁੱਧ ਦੱਸ ਦਿਓ, ਜੇ ਕੋਈ ਬੱਚੇ ਨੇ ਜੂਠਾ ਨਾ ਕੀਤਾ ਹੋਵੇ। ਕੋਈ ਜਲ ਦੱਸ ਦਿਓ, ਜਿਹੜਾ ਜਲ ਦੇ ਵਿੱਚ ਰਹਿਣ ਵਾਲੇ ਜਿਹੜਾ ਹੈ ਜੀਵ ਆ, ਉਹਨਾਂ ਨੇ ਜੂਠਾ ਨਾ ਕੀਤਾ ਹੋਵੇ। ਇਸ ਕਰਕੇ ਅਵਰ ਨਾ ਫੂਲ, ਹੋਰ ਤਾਂ ਕੋਈ ਫੁੱਲ ਹੈ ਹੀ ਨਹੀਂ। ਅਨੂਪ ਨਾ ਪਾਵੂੰ, ਉਹ ਜਿਹੜਾ ਉਪਮਾ ਤੋਂ ਰਹਿਤ ਆ, ਅਨੂਪ ਤੋਂ ਭਾਵ ਉਹਦੀ ਕਿਸੇ ਚੀਜ਼ ਨਾਲ ਉਪਮਾ ਨਹੀਂ ਕੀਤੀ ਜਾ ਸਕਦੀ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਭ ਦਾ ਮਾਲਕ ਇੱਕੋ ਹੀ ਹੈ ਤੇ ਕਣ ਕਣ ਦੇ ਵਿੱਚ ਵਸਿਆ ਹੋਇਆ। ਰਹਾਉ ਅਵਰ ਨਾ ਫੂਲ ਅਨੂਪ ਨਾ ਪਾਵੂੰ, ਇਸ ਕਰਕੇ ਮੈਂ ਸੇਵਾ ਕਰ ਹੀ ਨਹੀਂ ਸਕਦਾ। ਕੀ ਕਰਾਂ, ਮੈਂ ਤਾਂ ਫਸਿਆ ਬੈਠਾ। ਰਹਾਉ ਅੱਗੇ ਫਿਰ ਕਹਿੰਦੇ, ਮੈਲਾ ਗਰ ਬੇਰੇ ਹੈ ਭੋਏ ਅੰਗਾ। ਫਿਰ ਭਾਈ ਮੈਲਾ ਗਰ ਚੰਦਨ ਦੀ ਲੱਕੜੀ, ਇਹ ਬਹੁਤ ਮੰਨੀ ਜਾਂਦੀ ਹੈ। ਧਾਰਮਿਕ ਸਥਾਨਾਂ 'ਤੇ ਇਹਦੀ ਪੂਜਾ ਕੀਤੀ ਜਾਂਦੀ ਹੈ, ਚੰਦਨ ਦੀ ਲੱਕੜੀ ਦੀ। ਅਤੇ ਭਗਤ ਰਵਿਦਾਸ ਜੀ ਕਹਿੰਦੇ ਇਹਨਾਂ ਦੀ ਵੀ ਸੁਣ ਲਓ ਭਾਈ। ਮੈਲਾ ਗਰ ਬੇਰੇ ਹੈ ਭੁਯੰਗਾ, ਭੁਯੰਗੇ ਹੁੰਦੇ ਆ ਸੱਪ। ਇਹ ਜਿਹੜੀ ਚੰਦਨ ਦੀ ਲੱਕੜੀ ਆ, ਕਹਿੰਦੇ ਇਹਨੂੰ ਸੱਪ ਚਿੰਬੜ ਜਾਂਦੇ ਆ। ਸੱਪਾਂ ਦੇ ਅੰਦਰ ਦੀ ਜਿਹੜੀ ਜ਼ਹਿਰ ਆ, ਉਹ ਸ਼ਾਂਤੀ ਮਿਲਦੀ ਆ, ਉਹ ਇੰਨੀ ਠੰਡਕ ਆ ਇਹਦੇ ਵਿੱਚ, ਅਤੇ ਇਸ ਕਰਕੇ ਉਹ ਸੱਪ ਝੂਠੇ ਕਰ ਦਿੰਦੇ ਆ। ਹੁਣ ਇਹ ਜਿਹੜਾ ਹੈਗੀ ਆ ਚੰਦਨ ਦੀ ਲੱਕੜੀ, ਉਹਦੇ ਨਾਲ ਸੱਪ ਚਿੰਬੜੇ ਹੋਏ ਆ। ਹੁਣ ਉਹ ਵੀ ਮੈਂ ਕਿਵੇਂ ਚੜਾਵਾਂ। ਬਿਖ ਅੰਮ੍ਰਿਤ ਬਸ ਹੈ ਇੱਕ ਸੰਗਾ। ਬਿਖ ਅੰਮ੍ਰਿਤ, ਇਹ ਵੀ ਹੁਣ ਤੁਹਾਡਾ ਗਿਆਨ ਆ ਸਾਰਾ ਵੀ ਜਿਹੜੇ ਵਿਆਹ ਆ, ਅੰਮ੍ਰਿਤ ਆ, ਇਹ ਸਾਰੀ ਜਿਹੜੀ ਰਿੜਕ ਕੇ ਜਦੋਂ 14 ਰਤਨ ਕੱਢੇ, ਉਦੋਂ ਸਾਰੇ ਇਕੱਠੇ ਹੀ ਸੀ ਇਹ। ਇਸ ਕਰਕੇ ਇਹ ਇੱਕ ਥਾਂ ਵਸਦੇ ਆ ਦੋਨੋਂ, ਅਤੇ ਇਹ ਵੀ ਨਹੀਂ ਜਿਹੜਾ ਹੈ ਮੈਂ ਚੜ੍ਹਾ ਸਕਦਾ। ਧੂਪ ਦੀਪ ਨਈ ਬੇਦਹਿ ਬਾਸਾ। ਫਿਰ ਧੂਪ ਦੀਪ ਦੀਵੇ ਰੌਸ਼ਨੀਆਂ, ਧੂਪਾਂ ਤਕਾਉਣੀਆਂ। ਨਈ ਬੇਦੇ ਹੁੰਦਾ ਪੂਜਾ ਦਾ ਸਮਾਨ, ਹੋਰ ਸਮੱਗਰੀ। ਨਈ ਬੇਦਹਿ ਬਾਸਾ, ਬਾਸ਼ਨਾ ਵਾਲੀਆਂ ਚੀਜ਼ਾਂ। ਕੈਸੇ ਪੂਜ ਕਰਹਿ ਤੇਰੀ ਦਾਸਾ। ਹੇ ਪਰਮਾਤਮਾ, ਹੇ ਅਕਾਲ ਪੁਰਖ, ਹੇ ਵਾਹਿਗੁਰੂ, ਹੁਣ ਮੈਂ ਤੇਰੀ ਕਿਵੇਂ ਪੂਜਾ ਕਰਾਂ। ਇਹ ਸਾਰਾ ਕੁਝ ਹੀ ਹੁਣ ਧੂਪ ਦੀਪ, ਇਹ ਵੀ ਸਾਰੇ ਝੂਠੇ ਹੀ ਆ। ਸਾਰਾ ਕੁਝ ਸਾਰੇ ਕਾਸੇ ਨੂੰ ਹੱਥ ਲੱਗੇ ਹੋਏ ਆ। ਤੂੰ ਆ ਸੁੱਚਾ, ਭਾਵ ਕਿ ਤੂੰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ, ਦੁਨੀਆ ਦੇ ਪਦਾਰਥਾਂ ਨਾਲ ਤੂੰ ਖੁਸ਼ ਨਹੀਂ ਹੁੰਦਾ। ਕਹਿਣ ਦਾ ਭਾਵ ਇਹ ਹੈ, ਤਿੰਨਾਂ ਗੁਣਾਂ ਦੇ ਵਿੱਚ ਹੀ ਹੈ ਸਾਰਾ ਕੁਝ। ਤੂੰ ਆ ਚੌਥੇ ਪਦ ਦਾ ਵਾਸੀ, ਤੂੰ ਆ ਅਕਾਲ ਪੁਰਖ ਵਾਹਿਗੁਰੂ। ਕੈਸੇ ਪੂਜ ਕਰ, ਕਿਵੇਂ ਦਾਸ ਤੇਰੀ ਪੂਜਾ ਕਰੇ। ਇਸ ਕਰਕੇ ਮੈਂ ਬੈਠਾ ਭਾਈ ਆਪਦਾ ਟਿਕਿਆ। ਕੀ ਕੀਤਾ ਫਿਰ, ਅੰਦਰੋਂ ਕੁਛ ਨਾ ਕੁਛ ਤਾਂ ਹੋਊਗਾ ਹੀ ਭਗਤ ਜੀ। ਹੁਣ ਜੇ ਤੁਸੀਂ ਬਾਹਰਲਾ ਛੱਡ ਦਿੱਤਾ, ਐਂ ਤਾਂ ਹੈ ਨਹੀਂ ਵੀ ਅੰਦਰੋਂ ਤੁਹਾਨੂੰ ਕੁਛ ਮਿਲਿਆ ਨਾ ਹੋਵੇ। ਹਾਂ ਭਾਈ, ਹੁਣ ਮੈਂ ਅਸਲੀ ਚੀਜ਼ ਚੜ੍ਹਾਤੀ ਉਸ ਪ੍ਰਮਾਤਮਾ ਵਾਹਿਗੁਰੂ ਨੂੰ। ਹਾਜ਼ਰ ਨਾਜ਼ਰ ਜਾਣ ਕੇ ਅਸੀਂ ਸਿੱਖਾਂ ਨੇ ਆਹ ਚੜਾਉਣੀ ਆ ਭਾਈ। ਕਿਹੜੀ ਚੀਜ਼ ਚੜ੍ਹਾਈ ਜੀ? ਫਿਰ ਤੁਸੀਂ ਸਾਰੀਆਂ ਚੀਜ਼ਾਂ ਨੂੰ ਤਾਂ ਕਹੀ ਜਾਂਦੇ ਹੋ, ਆ ਵੀ ਝੂਠੀ, ਆ ਵੀ ਝੂਠੀ, ਆ ਵੀ ਝੂਠੀ। ਫਿਰ ਚੜ੍ਹਾਇਆ ਕੀ? ਮੈਂ ਤਾਂ ਭਾਈ ਕੀ ਚੜ੍ਹਾਇਆ, ਲੈ ਸੁਣੋ। ਤਨ ਮਨ ਅਰਪੋ ਪੂਜ ਚੜਾਵੋ। ਮੈਂ ਤਾਂ ਆਪਣਾ ਤਨ ਤੇ ਮਨ, ਇਹ ਦੋਨੇ ਹੀ ਪੂਜਾ ਦੇ ਵਿੱਚ ਭੇਟ ਕਰ ਦਿੱਤੇ, ਚੜ੍ਹਾ ਦਿੱਤੇ। ਗੁਰੂ ਦੇ ਅੱਗੇ ਮੱਥਾ ਟੇਕ ਦਿੱਤਾ, ਤਨ ਵੀ ਦੇ ਦਿੱਤਾ ਤੇ ਮਨ ਵੀ ਦੇ ਦਿੱਤਾ। ਦੋਨੇ ਚੀਜ਼ਾਂ ਹੀ ਮੈਂ ਚੜ੍ਹਾ ਦਿੱਤੀਆਂ। ਭਾਵ ਹੁਣ ਤਨ ਤੇ ਮਨ ਚੜ੍ਹਾਉਣ ਤੋਂ ਭਾਵ ਅਰਥ ਲੈਣਾ ਵੀ ਇਹ ਕਿਵੇਂ ਚੜ੍ਹਦਾ। ਇਹ ਚੜ੍ਹਦਾ ਜਦੋਂ ਅਸੀਂ ਤਨ ਤੇ ਮਨ ਦੋਨੋਂ ਲੈ ਕੇ ਗੁਰੂ ਦੇ ਅੱਗੇ ਹਾਜ਼ਰ ਹੋ ਕੇ ਬੈਠਦੇ ਹਾਂ ਤੇ ਗੁਰੂ ਤੋਂ ਗੁਰਪ੍ਰਸਾਦ ਪ੍ਰਾਪਤ ਕਰਦੇ ਹਾਂ ਬਦਲੇ ਦੇ ਵਿੱਚ। ਆਹ ਚੀਜ਼ ਹੈ, ਭਾਵ ਅਕਲ ਮਤ ਗਿਆਨ। ਗੁਰੂ ਜੀ ਹਾਜ਼ਰ ਨਾਜ਼ਰ ਹੁੰਦੇ ਆ, ਹਾਜ਼ਰ ਨਾਜ਼ਰ ਹੋ ਕੇ ਸਾਨੂੰ ਸਮਝਾ ਰਹੇ ਹੁੰਦੇ ਆ। ਜੇ ਕਿਤੇ ਆਹ ਚੀਜ਼ ਅਸੀਂ ਕਰ ਲਈਏ, ਤਨ ਤੇ ਮਨ ਗੁਰੂ ਨੂੰ ਦੇ ਦਈਏ, ਭਾਵ ਆਪਣੀ ਮੱਤ, ਆਪਣੀ ਅਕਲ, ਆਪਣਾ ਸਾਰਾ ਕੁਝ ਛੱਡ ਦਈਏ, ਆਪਣਾ ਜਿਹੜਾ ਬਾਹਰਲਾ, ਕਿਉਂਕਿ ਇਹ ਤਾਂ ਸਾਰਾ ਕੁਝ ਤਿੰਨਾਂ ਗੁਣਾਂ ਦੇ ਵਿੱਚ ਹੀ ਹੈ। ਅਸਲ ਚੀਜ਼ ਕੀ ਹੈ? ਆਪਣੇ ਅੰਦਰੋਂ ਹੀ ਗੁਣਾਂ ਦੀ ਸਮੈਲ ਪੈਦਾ ਕਰਨੀ। ਅਸਲ ਚੀਜ਼ਾਂ ਇਹ ਹੈ। ਇਹ ਜਿਹੜਾ ਬਾਹਰਲਾ, ਇਹ ਸਿਰਫ ਔਰਾ ਬਣਾਉਣ ਦੇ ਵਾਸਤੇ ਹੁੰਦਾ ਵੀ ਬਾਹਰੋਂ ਸੁਰਤੀਆਂ ਬਿਰਤੀਆਂ ਸਾਡੀਆਂ ਐਨ ਕਿਰਾਂ ਖਤਮ ਹੋ ਜਾਣ ਤੇ ਅਸੀਂ ਅੰਦਰੋਂ ਪਰਮਾਤਮਾ ਬਾਰੇ, ਵਾਹਿਗੁਰੂ ਬਾਰੇ ਐਨ ਟਿਕ ਕੇ ਗਿਆਨ ਸੁਣੀਏ। ਇਹ ਸਭ ਤੋਂ ਵੱਡਾ ਤਨ ਤੇ ਮਨ ਦੇਣਾ, ਅਰਪਣ ਕਰ ਦੇਣਾ। ਜੇ ਇੱਕ ਵਾਰੀ ਅਰਪਣ ਕਰ ਦਿੱਤਾ, ਭਾਵ ਮੇਰੀ ਮੱਤ ਹੁਣ ਨਹੀਂ ਹੈ, ਗੁਰ ਕੀ ਮੱਤ ਤੂੰ ਲੈ ਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ।
ਕਹਿੰਦੇ ਬੜੇ ਸਿਆਣੇ ਸਿਆਣੇ ਬਾਹਰਲੇ ਲੋਕ ਬੜੇ ਸਿਆਣੇ ਮਿਲਣਗੇ, ਬੜੇ 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 ਲੱਗਣਗੇ, ਪਰ ਭਗਤੀ ਤੋਂ ਬਿਨਾਂ ਸਿਆਣੇ ਸਿਆਣੇ ਡੁੱਬ ਜਾਂਦੇ ਆ। ਭਗਤੀ ਕੀ ਹੈ? ਗੁਰ ਕੀ ਮੱਤ ਤੋਂ ਲੈ ਨੇ, ਗੁਰੂ ਦੀ ਮੱਤ ਤੋਂ ਬਿਨਾਂ ਬੜੇ ਸਿਆਣੇ ਸਿਆਣੇ ਡੁੱਬ ਜਾਂਦੇ ਆ। ਭਾਈ ਸਭ ਤੋਂ ਵੱਡੀ ਗੁਰਮੁਖ ਪਿਆਰਿਓ ਗੁਰੂ ਦੀ ਮੱਤ ਲੈਣੀ ਆ। ਤਨ ਮਨ ਅਰਪੂੰ ਪੂਜ ਚੜਾਵੂੰ, ਜਿਹਨੇ ਬਾਹਰਲੀ ਪੂਜਾ ਛੱਡ ਕੇ ਆਪਣਾ ਤਨ ਮਨ ਅਰਪਣ ਕਰ ਦਿੱਤਾ ਕਿੱਥੇ? ਪ੍ਰਮਾਤਮਾ ਅੱਗੇ। ਪ੍ਰਮਾਤਮਾ ਕਿੱਥੇ ਆ? ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਦੇ ਅੱਗੇ ਤਨ ਮਨ ਅਰਪੂੰ ਪੂਜ ਚੜਾਵੂੰ, ਮੈਂ ਤਨ ਤੇ ਮਨ ਗੁਰੂ ਨੂੰ ਅਰਪਣ ਕਰ ਦਿੱਤਾ। ਆਹ ਪੂਜਾ ਕੀਤੀ ਭਗਤ ਰਵਿਦਾਸ ਨੇ, ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪਿਆਰੇ ਲੱਗੇ, ਚੰਗੇ ਲੱਗੇ। ਅਸੀਂ ਵੀ ਗੁਰੂ ਨਾਨਕ ਦੀ ਗੋਦੀ ਵਿੱਚ ਬਹਿਣਾ ਚਾਹੁੰਦੇ ਹਾਂ, ਬੁੱਕਲ ਵਿੱਚ ਬਹਿਣਾ ਚਾਹੁੰਦੇ ਹਾਂ, ਤਾਂ ਅਸੀਂ ਵੀ ਐਂ ਕਰੀਏ, ਆਪਣੀ ਤਨ ਤੇ ਮਨ ਅਰਪਣ ਕਰ ਦਈਏ। ਪੂਜ ਚੜਾਵੂੰ ਤੇ ਬਦਲੇ 'ਚ ਮਿਲਦਾ ਕੀ ਹੈ? ਗੁਰ ਪ੍ਰਸਾਦ ਨਿਰੰਜਨ ਪਾਵੋਂ। ਜਿਹੜਾ ਤਨ ਤੇ ਮਨ ਅਰਪਣ ਕਰ ਦਿੰਦਾ ਹੈ, ਭਾਵ ਗੁਰੂ ਦੇ ਬਚਨਾਂ ਨੂੰ ਸ਼ਰਧਾ ਭਾਵਨਾ ਦੇ ਨਾਲ ਸੁਣਦਾ ਹੈ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ, ਉਹਨੂੰ ਫਿਰ ਬਦਲੇ 'ਚ ਕੀ ਮਿਲਦਾ? ਤਨ ਮਨ ਅਰਪੂੰ ਪੂਜ ਚੜਾਵੋਂ, ਗੁਰ ਪ੍ਰਸਾਦ ਨਿਰੰਜਨ ਪਾਵੋਂ। ਨਿਰਅੰਜਨ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਮਾਇਆ ਤੋਂ ਰਹਿਤ ਆ, ਨਿਰਅੰਜਨ ਆ, ਗੁਰੂ ਦੀ ਕਿਰਪਾ ਦੇ ਨਾਲ ਉਹ ਪ੍ਰਾਪਤ ਹੋ ਜਾਂਦਾ। ਭਾਈ ਪੂਜਾ ਅਰਚਾ ਅਹੇ ਨ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਹੁਣ ਸਾਰਾ ਕੁਝ ਬਹਿ ਕੇ ਗੱਲਬਾਤ ਹੋ ਗਈ, ਤੇ ਉਹ ਜਿਹੜੇ ਗੁਰਮੁਖ ਪਿਆਰੇ ਸੀ ਆਏ ਕਹਿਣ ਭਗਤ ਰਵਿਦਾਸ ਜੀ ਨੂੰ। ਉਹ ਕਹਿੰਦੇ ਵੀ ਹਾਂ ਠੀਕ ਆ, ਮੰਨਣ ਵਾਲੀ ਗੱਲ ਆ। ਚੰਗੇ ਸਿਆਣੇ ਬੰਦੇ ਆ ਨਾ ਜਿਹੜੇ, ਉਹ ਮੰਨ ਜਾਂਦੇ ਹੁੰਦੇ ਆ ਵੀ ਹਾਂ ਮੈਨੂੰ ਨਹੀਂ ਪਤਾ ਸੀ ਇਸ ਗੱਲ ਦਾ, ਇਸ ਕਰਕੇ ਜਿਹੜੀ ਤੁਸੀਂ ਸਾਨੂੰ ਸਮਝਾ ਦਿੱਤਾ, ਵਾਕਿਆ ਹੀ ਤੁਹਾਡੀ ਗੱਲ ਸੱਚੀ ਹੈ, ਗੱਲ 'ਚ ਦਾਮ ਆ, ਅਸੀਂ ਇਹ ਗੱਲ ਮੰਨਦੇ ਹਾਂ। ਹੁਣ ਭਗਤ ਰਵਿਦਾਸ ਜੀ ਉਹਨਾਂ ਨੂੰ ਇੱਕ ਮਜ਼ਾਕੀਆ ਜਾਂ ਟੌਂਟਿੰਗ ਵੇਚ ਕਹਿੰਦੇ ਆ, ਕਹਿੰਦੇ ਪੂਜਾ ਅਰਚਾ ਅਹੇ ਨਾ ਤੋਰੀ। ਹੇ ਪਰਮਾਤਮਾ ਹੁਣ ਮੈਂ ਉਹੀ ਆ ਜਿਹੜਾ ਤੁਸੀਂ ਪਹਿਲਾਂ ਲੜਨ ਆਏ ਸੀ, ਹੁਣ ਤੁਸੀਂ ਮੰਨ ਗਏ, ਹੁਣ ਕਹਿੰਦੇ ਹੋ ਠੀਕ ਆ, ਸ਼ਾਬਾਸ਼ ਭਾਈ, ਇੰਨਾ ਵੀ ਬਹੁਤ ਆ, ਕੋਈ ਗੱਲ ਨਹੀਂ। ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਸਾਰਿਆਂ 'ਤੇ ਕਿਰਪਾ ਕਰੇ, ਸਾਰੇ ਹੀ ਮੰਨ ਜੀਏ ਅਸੀਂ ਇਸ ਗੱਲ ਨੂੰ, ਸਾਰੇ ਸਿੱਖ ਮੰਨ ਜੀਏ। ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਹੁਣ ਜਾਂਦਿਆਂ ਨੂੰ ਕਹਿੰਦੇ ਹੁਣ ਮੈਂ ਤਾਂ ਪੂਜਾ ਅਰਚਾ ਕਰਦਾ ਨਹੀਂ, ਹੁਣ ਮੇਰੀ ਗਤੀ ਕਿਵੇਂ ਹੋਊ? ਹੁਣ ਕਹਿੰਦੇ ਭਗਤ ਜੀ ਐਂ ਨਾ ਕਰੋ, ਤੁਸੀਂ ਤਾਂ ਗਤੀ ਕਰੀ ਬੈਠੇ ਹੋ। ਹੁਣ ਅਸੀਂ ਗਲਤ ਸੀਗੇ, ਬਸ ਆਹ ਗੱਲ ਆ, ਗਲਤੀ ਹੋ ਜਾਣੀ, ਗਲਤੀ ਕਰਨੀ ਵੱਡੀ ਗੱਲ ਨਹੀਂ, ਗਲਤੀ ਕਰਕੇ ਨਾ ਮੰਨਣਾ ਵੱਡੀ ਗੱਲ ਆ। ਜਿੰਨਾ ਚਿਰ ਅਸੀਂ ਬਾਹਰਲੀ ਪੂਜਾ ਦੇ ਵਿੱਚ ਪਏ ਸੀ, ਉਹਨਾਂ ਚਿਰ ਅੰਦਰਲੀ ਪੂਜਾ ਦਾ ਨਹੀਂ ਪਤਾ ਸੀ। ਤੇ ਚਲੋ ਜਿੰਨਾ ਚਿਰ ਨਹੀਂ ਪਤਾ ਸੀ, ਨਹੀਂ ਲੰਘਿਆ ਸਮਾਂ ਭੁਲੇਖੇ ਦੇ ਵਿੱਚ ਜਾਂ ਕੋਈ ਭਰਮਾਂ ਦੇ ਵਿੱਚ, ਜੋ ਲੰਘ ਗਿਆ ਸੋ ਲੰਘ ਗਿਆ। ਕਿਉਂਕਿ ਗੁਰਬਾਣੀ ਆ ਜਿਹੜੀ, ਇਹ ਸਦਾ ਵਿਗਾਸ ਆ, ਇਹ ਦਿਲ ਟੁੱਟਣ ਨਹੀਂ ਦਿੰਦੀ, ਇਹ ਤਾਂ ਅੰਦਰੋਂ ਚੜ੍ਹਦੀ ਕਲਾ ਕਰ ਦਿੰਦੀ ਆ। ਜਿੰਨਾ ਸਮਾਂ ਲੰਘ ਗਿਆ ਉਹ ਹੱਥ ਨਹੀਂ ਆਉਣਾ, ਅੱਗੇ ਵਾਲਾ ਜਿਹੜਾ ਪਤਾ ਨਹੀਂ। ਇਸ ਕਰਕੇ ਹੁਣੇ ਹੀ ਜਿਹੜੀ ਅਸਲੀ ਪੂਜਾ ਕਰਨ ਲੱਗ ਜਾਈਏ, ਭਾਵ ਕਿ ਤਨ ਮਨ ਗੁਰੂ ਦੇ ਅੱਗੇ, ਤਨ ਮਨ ਧਨ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਗੁਰੂ ਨੂੰ ਤਨ ਮਨ ਧਨ ਸੌਂਪ ਦੇ, ਭਾਵ ਆਪਣਾ ਸਾਰਾ ਕੁਝ ਸੌਂਪ ਦੇ, ਫਿਰ ਗੁਰੂ ਤੈਨੂੰ ਹੁਕਮ ਦਊਗਾ, ਗੁਰੂ ਗੁਰਬਾਣੀ ਸੁਣਾਊਗਾ, ਗੁਰਬਾਣੀ ਦਾ ਗਿਆਨ ਦੇਗਾ। ਹੁਕਮ ਮੰਨਿਆ, ਜੇ ਤੂੰ ਉਹ ਹੁਕਮ ਨੂੰ ਮੰਨ ਲਿਆ, ਪਾਈਐ, ਹੁਕਮ ਮੰਨਿਆ ਪਾਈਐ। ਇਸ ਕਰਕੇ ਗੁਰੂ ਦੇ ਅੱਗੇ ਸਿੱਖਾ ਆਪਣਾ ਆਪ ਅਰਪਣ ਕਰ ਦੇ, ਆਪਣੀ ਅਕਲ ਮੱਤ ਛੱਡ ਕੇ ਗੁਰੂ ਦੀ ਮੱਤ ਲੈ ਲਾ, ਤੇ ਤੇਰਾ ਇਹ ਅੰਦਰਲਾ ਕਾਰਜ ਹੋ ਜਾਊਗਾ ਜਿਹੜਾ ਅਸੀਂ ਆਪ ਹੀ ਆਪਣੇ ਹੱਥੀਂ ਕਰ ਸਕਦੇ ਹਾਂ। ਜਿਹੜਾ ਭੋਜਨ ਛਕਦਾ ਤ੍ਰਿਪਤੀ ਉਹਦੀ ਹੀ ਹੁੰਦੀ ਹੈ ਭਾਈ। ਇਹ ਵੀ ਆਤਮਿਕ ਭੋਜਨ ਆ, ਜਿਹੜੀਆਂ ਰੂਹਾਂ ਜਿਹੜੀਆਂ ਆਤਮਾਵਾਂ ਛਕਦੀਆਂ ਜਾਂ ਬਾਅਦ ਦੇ ਵਿੱਚ ਇਹਦੇ ਰਾਹੀਂ ਛਕਣਗੀਆਂ, ਉਹਨਾਂ ਦੀ ਤ੍ਰਿਪਤੀ ਹੋ ਜੂ ਭਾਈ। ਇਸ ਕਰਕੇ ਅਸੀਂ ਆਪਣਾ ਸਮਾਂ ਕੱਢੀਏ। ਜਿਹੜੀ ਅਕਲ ਮੱਤ ਲੈਣੀ ਹੈ, ਬਾਏ ਚਾਂਸ ਨਹੀਂ ਆਉਂਦੀ ਹੁੰਦੀ। ਪੈਸਾ ਧੇਲਾ ਪਦਵੀ ਇਹ ਬਾਏ ਚਾਂਸ ਆ ਸਕਦਾ, ਪਰ ਅਕਲ ਆ ਜਿਹੜੀ, ਇਹਨੂੰ ਲੈਣ ਵਾਸਤੇ ਕੋਸ਼ਿਸ਼ ਕਰਨੀ ਪਊਗੀ। ਜਿਵੇਂ ਬੱਚੇ ਨੂੰ ਪੜ੍ਹਾਉਣ ਵਾਸਤੇ ਅਸੀਂ ਕਿੰਨੀ ਕੋਸ਼ਿਸ਼ ਕਰਦੇ ਹਾਂ, ਕਿੰਨੀ ਮਿਹਨਤ ਕਰਦੇ ਹਾਂ, ਬੈਨ ਲਾਉਂਦੇ ਹਾਂ, ਸਕੂਲ ਚੰਗਾ ਦੇਖਦੇ ਹਾਂ, ਟੀਚਰ ਚੰਗਾ ਦੇਖਦੇ ਹਾਂ, ਤਾਂ ਕਿ ਬੱਚਾ ਸਾਡਾ ਪੜ੍ਹ ਲਵੇ, ਅਕਲ ਲੈ ਲਵੇ। ਪਰ ਉਹ ਗਾਲਾਂ ਗੋਲੇ ਆਪਣੇ ਆਪ ਹੀ ਸਿੱਖ ਲੈਂਦਾ। ਤਾਹਾਂ ਨੂੰ ਜਾਣਾ ਔਖਾ, ਥੱਲੇ ਨੂੰ ਆਉਣਾ ਜਿਹੜਾ ਹੈ ਸੌਖਾ।
ਜਿਵੇਂ ਮੰਨ ਲਓ ਪਾਈਪ ਦਾ ਵਿੱਚ ਪਾਣੀ ਤਾਹਾਂ ਨੂੰ ਚੜਾਉਣਾ ਹੋਵੇ ਤੇ 9 ਸੁਰਾਖ ਆ ਤੇ ਪਾਣੀ ਦਾ ਪ੍ਰੈਸ਼ਰ ਨਹੀਂ ਬਣਦਾ, ਪਹਿਲਾਂ 9 ਸੁਰਾਖ ਚੰਗੀ ਤਰ੍ਹਾਂ ਬੰਦ ਕਰਨੇ ਪੈਣਗੇ। ਇੱਕੋ ਹੀ ਸੁਰਾਖ ਉੱਪਰਲਾ ਸਿਰਾ 10ਵੇਂ ਦੁਆਰ ਵਾਲਾ, ਸਾਰੇ ਪਾਸਿਆਂ ਤੋਂ ਸੁਰਤੀਆਂ ਬਿਰਤੀਆਂ ਰੋਕ ਕੇ ਖ਼ਤਮ ਕਰਕੇ ਕੇਵਲ ਤੇ ਕੇਵਲ ਗੁਰੂ ਦਾ ਗਿਆਨ ਲੈਣਾ। ਫਿਰ ਇਹ ਤਾਹਾਂ ਨੂੰ ਜਾਊਗਾ, ਪ੍ਰੈਸ਼ਰ ਬਣੂਗਾ, ਉੱਪਰ ਨੂੰ ਜਾਏਗਾ। ਫਿਰ ਇਹ ਜਾਣੀ ਇਹ ਕੰਮ ਆ ਜ਼ਰੂਰ ਮਿਹਨਤ ਦਾ, ਪਰ ਨਾਮੁਮਕਿਨ ਨਹੀਂ ਹੈ। ਸੋ ਸਾਰਿਆਂ ਨੇ ਅਸੀਂ ਆਪਣਾ ਇਹ ਅੰਦਰਲਾ ਕਾਰਜ ਜਿਹੜਾ ਸਾਰਿਆਂ ਦੇ ਵਾਸਤੇ ਜ਼ਰੂਰੀ ਹੈ ਉਹ ਕਰਨਾ ਭਾਈ, ਤਾਂ ਕਿ ਅਸੀਂ ਗੁਰਮੁਖ ਵਾਲੀ ਅਵਸਥਾ ਦੇ ਵਿੱਚ ਰਹਿ ਕੇ ਜੀਵਨ ਬਤੀਤ ਕਰਕੇ ਹੱਸਦੇ ਖੇਲਦੇ ਇੱਥੋਂ ਜਾਈਏ, ਮੁਕਤੀ ਪ੍ਰਾਪਤ ਕਰਕੇ ਜਾਈਏ। ਗੁਰਬਾਣੀ ਦੀ ਇਹੀ ਖਾਸੀਅਤ ਆ, ਇਹ ਬਾਅਦ ਦੀਆਂ ਗੱਲਾਂ ਨਹੀਂ ਕਰਦੀ। ਗੁਰਬਾਣੀ ਕਹਿੰਦੀ ਹੈ ਮੂਹੇ ਹੋਏ ਜੋ ਮੁਕਤ ਦਿਓਗੇ, ਮੁਕਤ ਨਾ ਜਾਣੈ ਕੋਇਲਾ। ਜਿਉਂਦੇ ਹੀ ਅਸੀਂ ਮੁਕਤੀ ਪ੍ਰਾਪਤ ਕਰਕੇ ਆਨੰਦਿਤ ਜੀਵਨ ਬਤੀਤ ਕਰ ਸਕਦੇ ਹਾਂ। ਹੋਈਆਂ ਭੁੱਲਾਂ ਗਲਤੀਆਂ ਕਮੀਆਂ ਦੀ ਮਾफ़ੀ ਬਖਸ਼ਣਾ ਜੀ। ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।